ਇਹ ਪੰਜਾਬ ਦੀ ਹਿਸਟਰੀ, ਸਿੱਖ ਹਿਸਟਰੀ ਨੂੰ ਤਬਾਹ ਕਰਨ ਦੀਆਂ ਸਾਜ਼ਿਸ਼ਾਂ ਨੇ। ਇਹਨਾਂ ਨੇ ਇਗਨੋਰ ਕਰਕੇ ਸਭ ਕੁਝ ਸਾਡਾ ਮਿੱਟੀ 'ਚ ਮਿਲਾਤਾ। ਸਾਕਾ ਨੀਲਾ ਤਾਰਾ ਨਾਲ ਤਾਂ ਨਹੀਂ ਜੁੜੀ ਵੀ ਕਿ ਉਹ ਇਤਿਹਾਸ ਨੂੰ ਉੱਥੋਂ ਖਤਮ ਕਰਨ ਦੀ ਕੋਸ਼ਿਸ਼। ਪਰ ਉਸ ਟਾਈਮ ਤੇ ਇਹ ਸੀਗਾ 84 ਦੇ ਵਿੱਚ, ਜਦੋਂ ਸੰਤ ਜਰਨੈਲ ਸਿੰਘ ਹੋਰੀ ਇੱਥੇ ਹੈਗੇ ਸੀਗੇ। ਬੁਰਜ ਗਿਆਨੀਆਂ ਜਿਹੜਾ ਹੈ ਇਹ ਬੜੀ ਮੌਕੇ ਦੀ ਜਗ੍ਹਾ ਹੈਗਾ, ਇੱਥੇ ਵੀ ਮੋਰਚਾ ਬਣਾ ਲਿੱਤਾ ਜਾਏ। ਸਾਡੇ ਉੱਥੇ ਕਮਰੇ ਸੀਗੇ, ਉਹਦੇ ਵਿੱਚ ਇੱਕ ਰਸਤਾ ਜਾਂਦਾ ਸੀਗਾ। ਕਿਹਾ ਜਾਂਦਾ ਕਿ ਸੁਰੰਗ ਕਹਿੰਦੇ ਲਾਹੌਰ ਤੱਕ ਵੀ ਜਾਂਦੀ ਸੁਰੰਗ। ਉਹ ਜੀ ਅਸੀਂ ਜਦੋਂ ਦੀ ਹੋਸ਼ ਸੰਭਾਲੀ ਹੈ, ਪਹਿਲਾਂ ਤਾਂ ਡਰਦੇ ਅਸੀਂ ਥੱਲੇ ਨਹੀਂ ਸੀ ਜਾਂਦੇ ਉੱਥੇ। ਅਸੀਂ ਤਾਂ ਜੀ ਸ਼ੁਰੂ ਤੋਂ ਇਹੀਓ ਕਹਿੰਦੇ ਸੀ ਇਹਨੂੰ ਪ੍ਰੀਜ਼ਰਵ ਕਰੋ, ਸਾਨੂੰ ਕਿਹਾ ਵੀ ਇਹੀਓ ਗਿਆ ਸੀ ਇਹ ਪ੍ਰੀਜ਼ਰਵ ਕਰਾਂਗੇ। ਕਹਿੰਦੇ ਨੇ ਕਿ ਇਤਿਹਾਸ ਬਹੁਤ ਕੁਝ ਸਮੋਈ ਬੈਠਾ ਤੇ ਇਸ ਇਤਿਹਾਸ ਦੇ ਕੁਝ ਅੰਸ਼ ਜਿਹੜੇ ਨੇ ਸਮੇਂ ਮੁਤਾਬਕ ਬਾਹਰ ਵੀ ਆਉਂਦੇ ਨੇ ਤੇ ਲੋਕਾਂ ਦੇ ਵਿੱਚ ਉਸ ਦੀ ਚਰਚਾ ਵੀ ਹੁੰਦੀ ਹੈ। ਦਰਬਾਰ ਸਾਹਿਬ ਕੰਪਲੈਕਸ ਦੇ ਨਜ਼ਦੀਕ ਹੁਣ ਜਦੋਂ ਜੋੜਾ ਘਰ ਬਣ ਰਿਹਾ ਸੀਗਾ ਤਾਂ ਖੁਦਾਈ ਦੇ ਦੌਰਾਨ ਕੁਝ ਪੁਰਾਣੀਆਂ ਬਿਲਡਿੰਗਸ ਮਿਲੀਆਂ ਨੇ। ਉਹ ਬਿਲਡਿੰਗਸ ਪੂਰੀਆਂ ਸੁਰੱਖਿਅਤ ਨੇ, ਉਹਨਾਂ ਦਾ ਜਿਹੜਾ ਸਟਰਕਚਰ ਹੈ ਬਿਲਕੁਲ ਜਿਹੜਾ ਉੱਥੇ ਪੂਰਾ ਦਿਖਾਈ ਦਿੰਦਾ ਹੈ। ਅਤੇ ਉਹ ਕੀ ਸਟਰਕਚਰ ਹੈ, ਕਿਸ ਤਰ੍ਹਾਂ, ਇਹ ਹਜੇ ਬਿਲਕੁਲ ਮੀਡੀਆ ਦੇ ਵਿੱਚ ਨਹੀਂ ਇੰਨਾ ਸਾਹਮਣੇ ਆ ਰਿਹਾ ਕਿ ਅਸਲ ਦੇ ਵਿੱਚ ਉਹ ਸਟਰਕਚਰ ਕਿਸ ਚੀਜ਼ ਦਾ, ਕੋਈ ਉਹਨੂੰ ਸੁਰੰਗ ਦੱਸ ਰਿਹਾ, ਕੋਈ ਘਰ ਦੱਸ ਰਿਹਾ, ਕੋਈ ਕੁਛ ਦੱਸ ਰਿਹਾ। ਸੋ ਸਾਡੇ ਨਾਲ ਇਸ ਵਕਤ ਸਰਦਾਰ ਯਾਦਵਿੰਦਰ ਸਿੰਘ ਮੇਰੇ ਨਾਲ ਨੇ। ਜੋ ਪਤਾ ਚੱਲਿਆ ਕਿ ਸਰਦਾਰ ਯਾਦਵਿੰਦਰ ਸਿੰਘ ਦੀ ਰਿਹਾਇਸ਼ ਉੱਥੇ ਸੀ, ਇਹਨਾਂ ਦੀ ਰਿਹਾਇਸ਼ ਜਿਹੜੀ ਆ ਪਰਿਵਾਰਕ ਸੀ, ਖਾਨਦਾਨੀ ਰਿਹਾਇਸ਼ ਸੀ। ਸਰਦਾਰ ਯਾਦਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਰਦਾਰ ਯਾਦਵਿੰਦਰ ਸਿੰਘ ਜੀ, ਹੁਣ ਜਦੋਂ ਉਸ ਖਾਲਸਾਈ ਬੁੰਗੇ ਦੀ ਗੱਲ ਬਾਹਰ ਸਾਹਮਣੇ ਆਈ ਆ, ਅਸਲ ਦੇ ਵਿੱਚ ਉਹ ਖਾਲਸਾਈ ਬੁੰਗਾ ਕੀ ਸੀ, ਤੁਹਾਡਾ ਉਸ ਦੇ ਨਾਲ ਕੀ ਤਾਲੁਕਾਤ ਹੈ? ਇਹ ਜਿਹੜਾ ਬੁੰਗਾ ਜੀ ਸਾਡੇ ਬਜ਼ੁਰਗਾਂ ਨੂੰ, ਭਾਈ ਸੰਤ ਸਿੰਘ ਗਿਆਨੀ ਜੀ ਨੂੰ ਮਹਾਰਾਜਾ ਰਣਜੀਤ ਸਿੰਘ ਕੋਲੋਂ ਇੱਕ ਗਿਫਟ ਮਿਲਿਆ ਸੀਗਾ, ਕਿਉਂਕਿ ਉਹ ਭਾਈ ਸੰਤ ਸਿੰਘ ਗਿਆਨੀ ਉੱਥੇ ਹੈਡ ਗ੍ਰੰਥੀ ਸੀ ਦਰਬਾਰ ਸਾਹਿਬ ਦੇ। ਉਹ ਸਵੇਰੇ ਕਥਾ ਕਰਦੇ ਹੁੰਦੇ ਸੀ, ਜਿਹੜਾ ਪਹਿਲਾ ਵਾਕ ਹੁੰਦਾ ਸੀ ਉਹਦੀ ਕਥਾ ਵੀ ਕਰਦੇ ਹੁੰਦੇ ਸੀ। ਉਹਨਾਂ ਦਾ ਰਾਜਾ ਉਹਨਾਂ ਨੂੰ ਬਹੁਤ ਮੰਨਦਾ ਸੀਗਾ ਕਿ ਇਹ ਮੇਰੇ ਗੁਰੂ ਹੈਗੇ ਨੇ। ਉਹਨਾਂ ਨੇ ਇਸ ਕਰਕੇ ਬਿਲਕੁਲ ਗੁਰਦੁਆਰੇ ਦੇ ਨਾਲ ਸਾਨੂੰ ਇਹ ਬੁੰਗਾ ਦਿੱਤਾ ਸੀਗਾ ਸਾਡੇ ਬਜ਼ੁਰਗਾਂ ਨੂੰ, ਕਿ ਤੁਹਾਨੂੰ ਦਰਬਾਰ ਸਾਹਿਬ ਆਉਣ ਦੀ ਕੋਈ ਤਕਲੀਫ ਨਾ ਹੋਵੇ। ਤੁਸੀਂ ਕਿੰਨੀ ਦੇ, ਜਦੋਂ ਤੁਹਾਨੂੰ ਯਾਦ ਹੈ ਕਿ ਇਹ ਤੁਸੀਂ ਉਹ ਕਦੋਂ ਛੱਡਿਆ, ਜਦੋਂ ਹੁਣ ਪਤਾ ਚੱਲ ਰਿਹਾ ਕਿ 14-15 ਫੁੱਟ ਨੀਵਾਂ ਹੈ, ਇਹ ਨੀਵਾਂ ਕਿਵੇਂ ਹੋ ਗਿਆ ਦਰਬਾਰ ਸਾਹਿਬ ਜਿਹੜੇ ਹੁਣ ਇਸ ਮੌਜੂਦਾ ਸਥਿਤੀ, ਇਹ ਕਦੋਂ ਨੀਵਾਂ ਹੋਇਆ, ਕਦੋਂ ਤੁਹਾਡੇ ਤੋਂ ਇਹ ਛੱਡਿਆ? ਇਹ ਜਿਹੜਾ ਬੁੰਗਾ ਜੀ ਇਹ 3 ਸਟੋਰੀ ਉੱਪਰ ਸੀਗੀ, 1 ਸਟੋਰੀ ਇਹਦੀ ਅੰਡਰਗਰਾਊਂਡ ਸੀਗੀ ਜੀ। ਉਸ ਨੂੰ ਸਰਦਖਾਨਾ ਕਿਹਾ ਜਾਂਦਾ ਸੀਗਾ। ਉਸ ਦਾ ਵਿੱਚੋਂ ਰਸਤਾ ਸੀਗਾ ਜਿਹੜਾ ਕਿ ਝੰਡੇ ਬੁੰਗੇ ਨਾਲ ਮਿਲਦਾ ਸੀਗਾ ਦਰਬਾਰ ਸਾਹਿਬ ਦੇ, ਕਿਉਂਕਿ ਬਜ਼ੁਰਗਾਂ ਨੂੰ ਉੱਥੇ ਜਾਣ ਦੀ ਕੋਈ ਦਿੱਕਤ ਨਾ ਆਵੇ, ਉਹਨਾਂ ਨੂੰ ਜਾਣਾ ਉੱਥੋਂ ਬਿਲਕੁਲ ਈਜ਼ੀ ਰਹੇ ਜੀ। ਉਸ ਜਗ੍ਹਾ ਦੇ ਨਾਲ ਇੱਕ ਸਾਡਾ ਖੂਹ ਵੀ ਹੈ ਜਿਹੜਾ ਇਹਨਾਂ ਨੇ ਦੱਬ ਦਿੱਤਾ ਸੀਗਾ। ਇਹ ਜਿਵੇਂ ਹੁਣ ਇਹ ਦੱਬਿਆ ਗਿਆ, ਇਹ ਦੱਬਿਆ ਕਿਵੇਂ ਗਿਆ ਜੀ ਅਸਲ ਦੇ? ਇਹ ਜਦੋਂ ਸਾਡੀ ਬਿਲਡਿੰਗ ਇਹਨਾਂ ਨੇ ਢਾਈ ਹੈ, ਬੁਰਜ ਗਿਆਨੀਆਂ ਢਾਇਆ ਹੈ। ਕਿਹੜੇ ਸਾਲ 'ਚ ਜੀ? 1988 ਦੇ ਵਿੱਚ ਇਹਨਾਂ ਨੇ ਐਕਵਾਇਰ ਕੀਤਾ ਹੈ ਸਾਡਾ ਇਹ ਬੁੰਗਾ। ਸਾਨੂੰ ਇਹ ਕਹਿ ਕੇ ਇਹਨਾਂ ਨੇ ਐਕਵਾਇਰ ਕੀਤਾ ਜੀ ਇਹ ਅਸੀਂ ਪ੍ਰੀਜ਼ਰਵ ਕਰਨਾ, ਇਹ ਭਾਈ ਸੰਤ ਸਿੰਘ ਗਿਆਨੀ ਜੀ ਦਾ ਬੁੰਗਾ, ਅਸੀਂ ਇਹ ਪ੍ਰੀਜ਼ਰਵ ਕਰਨਾ ਹੈ। ਪਰ ਇਹਨਾਂ ਨੇ ਪ੍ਰੀਜ਼ਰਵ ਨਹੀਂ ਕੀਤਾ, ਇਹਨਾਂ ਨੇ ਢਾਲਤਾ। ਸੋ ਅੱਜ ਜਦੋਂ ਸਾਹਮਣੇ ਤੁਹਾਨੂੰ ਪਤਾ ਚੱਲਿਆ ਕਿ ਬੁੰਗਾ ਢਾਹ ਦਿੱਤਾ ਗਿਆ, ਤੁਹਾਨੂੰ ਕੀ ਫੀਲ ਹੋਇਆ, ਕੀ ਤੁਹਾਡੀਆਂ ਭਾਵਨਾਵਾਂ? ਸਾਨੂੰ ਬਹੁਤ ਇਸ ਚੀਜ਼ ਦੀ ਠੇਸ ਲੱਗੀ ਜੀ ਕਿ ਸਾਡੇ ਬਜ਼ੁਰਗਾਂ ਨੇ ਸਿੱਖ ਧਰਮ ਦੇ ਨਾਲ ਇੰਨਾ ਕੰਮ ਕੀਤਾ ਹੋਇਆ, ਇਹਨਾਂ ਨੇ ਇਗਨੋਰ ਕਰਕੇ ਸਭ ਕੁਝ ਸਾਡਾ ਮਿੱਟੀ 'ਚ ਮਿਲਾਤਾ। ਉਹ ਸੀ ਅਸਲ ਦੇ ਵਿੱਚ, ਜਿਵੇਂ ਹੁਣ ਤੁਸੀਂ ਤਸਵੀਰਾਂ ਦੇਖੀਆਂ ਨੇ, ਇਹਦੇ ਉੱਤੇ ਮਲਬਾ ਪੈ ਗਿਆ, ਹੋਰ ਪੈ ਗਿਆ, ਇਹਨੂੰ ਢਾਹ ਦਿੱਤਾ ਗਿਆ। ਕੀ ਕੋਈ ਇਹੋ ਜਿਹੀ ਘਟਨਾ 1984 ਦੇ ਵਿੱਚ ਸਾਕਾ ਨੀਲਾ ਤਾਰਾ ਨਾਲ ਤਾਂ ਨਹੀਂ ਜੁੜੀ ਵੀ ਕਿ ਉਹ ਇਤਿਹਾਸ ਨੂੰ ਉੱਥੋਂ ਖਤਮ ਕਰਨ ਦੀ ਕੋਸ਼ਿਸ਼? ਨਹੀਂ, ਉਹਨਾਂ ਨਾਲ ਸਾਡਾ ਕੋਈ ਤਾਲੁਕ ਨਹੀਂ ਸੀਗਾ। ਪਰ ਉਸ ਟਾਈਮ ਤੇ ਇਹ ਸੀਗਾ 84 ਦੇ ਵਿੱਚ, ਜਦੋਂ ਸੰਤ ਜਰਨੈਲ ਸਿੰਘ ਹੋਰੀ ਇੱਥੇ ਹੈਗੇ ਸੀਗੇ, ਅਤੇ ਉਹਨਾਂ ਨੇ ਜਦੋਂ ਮੋਰਚੇ ਬਣਾਏ ਆਪਣੇ, ਅਤੇ ਉਹਨਾਂ ਨੇ ਕਿਸੇ ਨੇ ਸੁਜੈਸ਼ਨ ਦਿੱਤੀ ਕਿ ਬੁਰਜ ਗਿਆਨੀਆਂ ਜਿਹੜਾ ਹੈ ਇਹ ਬੜੀ ਮੌਕੇ ਦੀ ਜਗ੍ਹਾ ਹੈਗਾ, ਇੱਥੇ ਵੀ ਮੋਰਚਾ ਬਣਾ ਲਿੱਤਾ ਜਾਏ। ਸੰਤ ਜਰਨੈਲ ਸਿੰਘ ਹੋਰਾਂ ਨੇ ਮਨਾ ਕਰਤਾ ਸੀਗਾ ਕਿ ਇੱਥੇ ਗਿਆਨੀਆਂ ਦੀ ਫੈਮਿਲੀ ਰਹਿੰਦੀ ਹੈ, ਉਹਨਾਂ ਦੇ ਘਰ ਦਾ ਕੋਈ ਨਹੀਂ ਬਚੇਗਾ, ਇਸ ਕਰਕੇ ਇੱਥੇ ਬਿਲਕੁਲ ਇਹ ਕੰਮ ਨਹੀਂ ਕਰਨਾ।
ਜੀ। ਹੋਰ ਕਿੰਨੇ ਕੁ ਪਰਿਵਾਰ ਸੀ ਆਲੇ ਦੁਆਲੇ ਉੱਥੇ? ਤੁਹਾਡਾ ਕੀ ਕਾਰੋਬਾਰ ਸੀਗਾ? ਕਿੰਨੀਆਂ ਕੁ ਦੁਕਾਨਾਂ? ਕਿਉਂਕਿ ਹੁਣ ਜੇਕਰ ਦੇਖਣ ਨੂੰ ਉੱਥੇ ਮਿਲਦਾ ਤਾਂ ਐਂ ਲੱਗਦਾ ਕਿ ਇਹ ਤਾਂ 100 ਸਾਲ ਪੁਰਾਣੀ ਹੇਠੋਂ ਡੂੰਘੀ ਮਿਲ ਰਹੀ ਹੈ। ਨਾਲ ਦੇਖੀਏ ਤਾਂ ਇੱਕ ਸੰਗਲਵਾੜਾ ਵੀ ਹੈਗਾ, ਉਹ ਵੀ ਡੂੰਘਾ। ਕਿ ਉਹ ਲੈਵਲ ਬਰਾਬਰ ਸੀ? ਤੁਸੀਂ ਛੋਟੇ ਹੁੰਦੇ ਦੇਖਿਆ ਹੋਣਾ। ਦੇਖੋ, ਇਹ ਜਿਹੜਾ ਡੂੰਘਾਈ ਦਾ ਸੰਗਲ ਵਾਲਾ ਅਖਾੜਾ, ਇਹ ਵੀ ਨੀਵਾਂ ਬਣਿਆ ਹੋਇਆ ਸੀ। ਸਾਡਾ ਜਿਹੜਾ ਪਹਿਲੀ ਮੰਜ਼ਿਲ ਅੰਡਰਗਰਾਊਂਡ ਜਿਹੜੀ ਸੀ ਸਾਡੀ, ਜਦੋਂ ਦੀ ਅਸੀਂ ਹੋਸ਼ ਸੰਭਾਲੀ ਅੰਡਰਗਰਾਊਂਡ ਅਸੀਂ ਦੇਖਿਆ। ਸਾਡੇ ਉੱਥੇ ਕਮਰੇ ਸੀਗੇ, ਉਹਦੇ ਵਿੱਚ ਇੱਕ ਰਸਤਾ ਜਾਂਦਾ ਸੀਗਾ ਜਿਹੜਾ ਕਿ ਝੰਡੇ ਬੁੰਗੇ ਨਾਲ ਕੰਟੈਕਟ ਸੀਗਾ, ਨਾਲ ਹੀ ਖੂਹ ਸੀਗਾ, ਉਹਦੇ ਵਿੱਚ ਬਾਰੀਆਂ ਸੀ, ਉੱਥੇ ਬੈਠਣ ਲਈ ਪੂਰਾ ਇੰਤਜ਼ਾਮ ਹੁੰਦਾ ਸੀ ਉੱਥੇ ਸਾਡਾ। ਜਿਵੇਂ ਕਹਿ ਜਾਂਦਾ ਕਿ ਸੁਰੰਗ ਕਹਿੰਦੇ ਲਾਹੌਰ ਤੱਕ ਵੀ ਜਾਂਦੀ ਸੁਰੰਗ। ਇਹ ਗੱਲ ਅਸੀਂ ਨਹੀਂ ਦੇਖੀ, ਉੱਥੇ ਬਣੀ ਹੋਈ ਹੈ ਪਰ ਉਹਦੇ ਇੱਟਾਂ ਨਾਲ ਚਿਣਾਈ ਹੋਈ ਸੀ, ਅਸੀਂ ਕਦੀ ਉਹਨੂੰ ਖੋਲ੍ਹਣ ਦੀ ਕੋਸ਼ਿਸ਼ ਨਹੀਂ ਕੀਤੀ। ਤੇ ਜਿਹੜਾ ਉਹ ਅੰਡਰਗਰਾਊਂਡ ਰਸਤਾ ਸੀ, ਉਹ ਤੁਹਾਡੇ ਜਦੋਂ ਬਚਪਨ 'ਚ ਦੇਖਦੇ ਹੋਵੋਗੇ, ਤੁਸੀਂ ਅੰਦਰ ਕਿਤੇ ਗਏ ਸੀ? ਅੰਡਰਗਰਾਊਂਡ ਰਸਤਾ ਕਿੰਨੀ ਦੇਰ ਤੱਕ ਚਾਲੂ ਰਿਹਾ? ਉਹ ਜੀ ਅਸੀਂ ਜਦੋਂ ਦੀ ਹੋਸ਼ ਸੰਭਾਲੀ ਹੈ, ਪਹਿਲਾਂ ਤਾਂ ਡਰਦੇ ਅਸੀਂ ਥੱਲੇ ਨਹੀਂ ਸੀ ਜਾਂਦੇ ਉੱਥੇ। ਅੱਛਾ ਜੀ। ਡਰ ਲੱਗਦਾ ਸੀ ਸਾਨੂੰ ਕਿ ਪਤਾ ਨਹੀਂ ਕੀ ਹੈ। ਉਹ ਫਿਰ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ, ਜਦੋਂ ਅਸੀਂ ਖੋਲ੍ਹਿਆ ਤੇ ਉੱਥੇ ਅੰਦਰ ਕੰਧ ਬਣੀ ਹੋਈ ਸੀ, ਰਸਤਾ ਬੰਦ ਹੋ ਚੁੱਕਾ ਹੋਇਆ ਸੀ। ਸਾਡੇ 2-3 ਕਮਰੇ ਹੈਗੇ ਸੀਗੇ ਉੱਥੇ, ਇੱਕ ਹਾਲ ਕਮਰਾ ਸੀਗਾ, ਉੱਥੇ ਫਾਊਂਟੇਨ ਲੱਗਾ ਹੋਇਆ ਸੀਗਾ, ਨਾਲ ਹੀ ਉਹਦੇ ਖੂਹ ਹੈਗਾ ਬਣਿਆ ਹੋਇਆ। ਉਹ ਅਜੇ ਵੀ ਜੇ ਪੁਟਾਈ ਕੀਤੀ ਜਾਏਗੀ ਤਾਂ ਲੱਭ ਜਾਏਗਾ। ਹੁਣ ਤੁਸੀਂ ਕੀ ਚਾਹੁੰਦੇ ਹੋ ਅਸਲ ਦੇ ਵਿੱਚ ਉਸ ਚੀਜ਼? ਅਸੀਂ ਤਾਂ ਜੀ ਸ਼ੁਰੂ ਤੋਂ ਇਹੋ ਕਹਿੰਦੇ ਸੀ ਇਹਨੂੰ ਪ੍ਰਜ਼ਰਵ ਕਰੋ, ਸਾਨੂੰ ਕਿਹਾ ਵੀ ਇਹੋ ਗਿਆ ਸੀ ਇਹ ਪ੍ਰਜ਼ਰਵ ਕਰਾਂਗੇ, ਪਰ ਕਿਸੇ ਨੇ ਨਹੀਂ ਕੀਤਾ। ਸਾਡੇ ਕੋਲ ਆਏ ਆ ਜੀ, ਇਹ ਤੁਹਾਡੀ ਜਗ੍ਹਾ ਅਕਵਾਇਰ ਕਰਨੀ ਹੈ ਅਸੀਂ, ਤੇ ਇਹਨੂੰ ਅਸੀਂ ਪ੍ਰਜ਼ਰਵ ਕਰਨਾ ਹੈ, ਸਿੱਖ ਹਿਸਟਰੀ ਨਾਲ ਇਹਦਾ ਤਾਲੁਕ ਹੈ। ਬਸ ਇਹ ਕਹਿ ਕੇ ਸਾਡੇ ਕੋਲ ਲੈ ਕੇ ਸਾਨੂੰ ਇਹਨਾਂ ਨੇ ਕੱਢਤਾ ਸੀ ਉੱਥੋਂ। ਮੁੜ ਕੇ ਕਿੰਨੀ ਦੇਰ ਉੱਥੇ ਬੁੰਗਾ ਬਣਿਆ ਰਿਹਾ, ਸਾਲ ਕੁ ਬਾਅਦ ਇਹਨਾਂ ਨੇ ਡਿਮੋਲਿਸ਼ ਕਰਤਾ ਬਿਲਕੁਲ। ਤੁਸੀਂ ਯੰਗ ਜਨਰੇਸ਼ਨ ਤੋਂ ਨਾਲ ਹੋ, ਤੁਸੀਂ ਬੇਸ਼ੱਕ ਮੈਨੂੰ ਲੱਗਦਾ ਕਿ ਉਸ ਵਕਤ ਨਹੀਂ ਦੇਖਿਆ ਹੋਣਾ। ਜੇ ਦੇਖਿਆ ਸੀਗਾ ਤਾਂ ਘਰੇ ਜੇ ਗੱਲਾਂ ਹੁੰਦੀਆਂ ਸੀ ਤਾਂ ਪਰਿਵਾਰ ਦਾ ਕਿੰਨਾ ਕੁ ਲਗਾਵ ਜੁੜਿਆ ਹੋਇਆ ਉਸ ਦਾ? ਨੈਚੁਰਲੀ ਜੀ ਕਿ ਪਰਿਵਾਰ ਦਾ ਤੇ ਬਹੁਤ ਲਗਾਵ ਹੋਣਾ ਉੱਥੇ। ਫਾਦਰ ਸਾਹਿਬ ਨੇ ਤਾਂ ਆਪਣਾ ਬਚਪਨ ਉੱਥੇ ਬਿਤਾਇਆ, ਅਸੀਂ ਤਾਂ ਸਾਰੇ ਉਦੋਂ 10-12 ਸਾਲ ਦੇ ਹੀ ਸੀ ਜਦੋਂ ਸਾਨੂੰ ਉਹ ਛੱਡਣਾ ਪੈ ਗਿਆ ਸੀ। ਤੇ ਪਰਿਵਾਰ ਦਾ ਤੇ ਬਹੁਤ ਜ਼ਿਆਦਾ ਨੇੜਤਾ ਸੀ ਉੱਥੇ ਜੀ। ਇਹ ਵੀ ਇੱਕ ਆਪਣੇ ਵਿੱਚ ਵੱਡੀ ਗੱਲ ਹੁੰਦੀ ਹੈ ਕਿ ਇੱਕ ਇਤਿਹਾਸਕ ਘਰ ਦੇ ਵਿੱਚ ਰਹਿਣਾ, ਤੇ ਤੁਸੀਂ ਉਸ ਘਰ ਦੇ ਵਿੱਚ ਰਹਿਣਾ ਜਿਸ ਦੇ ਨਾਲ ਸਿੱਖ ਇਤਿਹਾਸ ਜੁੜਿਆ ਹੋਵੇ। ਇੱਕ ਅਜਿਹੇ ਘਰ ਨੂੰ ਛੱਡਣ ਵੇਲੇ ਖਾਸ ਪੀੜਾ ਹੁੰਦੀ ਹੈ, ਇੱਕ ਤੁਹਾਡੀ ਹਿਸਟਰੀ ਜਿਹੜੀ ਜੁੜੀ ਹੁੰਦੀ ਹੈ ਉਹ ਟੁੱਟ ਜਾਂਦੀ ਹੈ। ਤੁਹਾਡੇ ਮਨ 'ਚ ਨਹੀਂ ਆਉਂਦਾ ਕਦੇ ਕਦੇ ਵੀ ਹੁਣ ਜਿਵੇਂ ਕੀ ਹੁਣ ਪਤਾ ਚੱਲਿਆ ਕਿ ਉਹ ਤਾਂ ਬਿਲਕੁਲ ਡਿਮੋਲਿਸ਼ ਹੋ ਗਿਆ ਸੀ, ਅੰਡਰਗਰਾਊਂਡ ਨਿਕਲਿਆ, ਤੇ ਹੁਣ ਤੁਹਾਨੂੰ ਕਿਤੇ ਗਏ ਹੋ, ਹੁਣ ਉੱਥੇ ਜਾ ਕੇ ਦੇਖ ਕੇ ਆਏ ਹੋ? ਮੈਂ ਜੀ ਜਦੋਂ ਇਸ ਚੀਜ਼ ਦਾ ਪਤਾ ਲੱਗਾ ਤੇ ਮੈਂ ਕੱਲ੍ਹ ਹੀ ਗਿਆ ਸੀ ਉੱਥੇ, ਇਹ ਚੀਜ਼ ਦੇਖੀ ਹੈ ਉਹਨਾਂ ਦੇ, ਤੇ ਮੈਂ ਗੱਲਬਾਤ ਵੀ ਕੀਤੀ ਹੈ ਕਿ ਇਹ ਕਿਹਨਾਂ ਦਾ ਹੈ, ਤੇ ਉਹਨਾਂ ਨੂੰ ਕਿਸੇ ਨੂੰ ਕੋਈ ਨੌਲੇਜ ਨਹੀਂ ਹੈਗੀ ਕਿ ਕੀ ਹੈ। ਮੈਂ ਫਿਰ ਥੋੜ੍ਹਾ ਜਿਹਾ ਉਹਨਾਂ ਨੂੰ ਜਿਸ ਨੂੰ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਅਸੀਂ ਤੁਹਾਨੂੰ ਪ੍ਰਧਾਨ ਜੀ ਨਾਲ ਮਿਲਾਉਂਦੇ ਹਾਂ SGPC 'ਤੇ, ਪਰ ਉਹ ਕਿਸੇ ਕੰਮ 'ਤੇ ਮਸਰੂਫ ਹੈਗੇ ਸੀ, ਕਿਤੇ ਆਊਟ ਆਫ ਹੈਗੇ ਸੀ, ਤੇ ਮੇਰੀ ਉਹਨਾਂ ਨਾਲ ਫਿਰ ਕੋਈ ਗੱਲ ਨਹੀਂ ਹੋ ਸਕੀ। ਤੁਹਾਨੂੰ ਅਪਰੋਚ ਕੀਤਾ ਜੀ ਕਿਸੇ ਸਿੱਖ ਹਿਸਟੋਰੀਅਨ ਨੇ? ਸਾਨੂੰ ਜੀ ਬੜੀ ਪਹਿਲੇ ਕਰਦੇ ਰਹੇ। ਇਹ ਕਮਿਸ਼ਨਰ ਹੁੰਦੇ ਸੀ ਆਰਕੀਓਲੋਜੀਕਲ ਡਿਪਾਰਟਮੈਂਟ ਦੇ, ਰੰਧਾਵਾ ਸਾਹਿਬ ਸੀ ਉਹਨਾਂ ਦਾ ਨਾਂ ਸ਼ਾਇਦ ਜੀ। ਉਹ ਸਾਡੇ ਘਰ ਵੀ ਆਏ ਸੀਗੇ, ਉਹਨਾਂ ਨੇ ਉੱਥੋਂ ਫੋਟੋਗ੍ਰਾਫ ਵੀ ਲਾਈਆਂ ਸੀਗੀਆਂ, ਸਾਡੀਆਂ ਤਸਵੀਰਾਂ ਵਗੈਰਾ ਜੋ ਅੰਦਰ ਬਣਿਆ ਸੀਗਾ। ਔਰ ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਤੁਹਾਡੀ ਬਹੁਤ ਪੁਰਾਣੀ ਇਹ ਬਿਲਡਿੰਗ ਹੈਗੀ ਹੈ, ਹਿਸਟੋਰੀਕਲ ਹੈਗੀ ਹੈ, ਇਹ ਇੰਡੀਆ ਗੌਰਮੈਂਟ ਇਹਨੂੰ ਪ੍ਰਜ਼ਰਵ ਕਰੇਗੀ। ਭਾਈ ਸੰਤ ਸਿੰਘ ਗਿਆਨੀ ਦਰਬਾਰ ਸਾਹਿਬ ਦੇ ਹਰਿਮੰਦਰ ਸਾਹਿਬ ਦੀ ਸਾਰੀ ਸੋਨੇ ਦੀ ਜਿਹੜੀ ਸੇਵਾ ਹੈ ਮਹਾਰਾਜਾ ਰਣਜੀਤ ਸਿੰਘ ਨੇ ਸਾਡੇ ਬਜ਼ੁਰਗਾਂ ਨੂੰ, ਭਾਈ ਸੰਤ ਸਿੰਘ ਗਿਆਨੀ ਹੋਰਾਂ ਨੂੰ ਦਿੱਤੀ ਸੀ ਜੀ। ਉਹਨਾਂ ਦੇ ਜਗ੍ਹਾ ਜਗ੍ਹਾ 'ਤੇ ਗੁਰਦੁਆਰੇ ਦੇ ਅੰਦਰ ਲਿਖਿਆ ਹੋਇਆ, ਤੁਸੀਂ ਜਾ ਕੇ ਦੇਖ ਸਕਦੇ ਹੋ। ਉਹਨਾਂ ਦੀ ਇੱਕ ਸਮਾਧ ਬਾਬਾ ਟਲ ਰਾਏ 'ਤੇ ਬਣੀ ਹੋਈ ਹੈ। ਉਹ ਜਿੱਥੇ ਬਾਬਾ ਟਲ ਰਾਏ ਅੰਦਰ ਵੜਦਾ ਕੌਲਸਰ ਗੁਰਦੁਆਰੇ ਦੇ ਨਾਲ ਉਹ ਸਮਾਧ ਹੈਗੀ ਹੈ। ਉਸ ਦੇ ਵਿੱਚ ਵੀ ਜਿੱਥੇ ਸਾਡੇ ਬਜ਼ੁਰਗਾਂ ਦਾ ਨਾਂ ਲਿਖਿਆ ਸੀ ਉਹ ਮਿਟਾ ਦਿੱਤਾ ਹੋਇਆ। ਸੋ ਜਿਸ ਤਰ੍ਹਾਂ ਤੁਸੀਂ ਸਰਦਾਰ ਯਾਦਵਿੰਦਰ ਸਿੰਘ ਹੋਰਾਂ ਦੀ ਗੱਲਬਾਤ ਸੁਣੀ, ਇਹ ਇਕੱਲੀ ਇੱਕ ਖਾਲਸਾਈ ਬੁੰਗਾ ਨਹੀਂ ਹੈ, ਹੋਰ ਬੜੀਆਂ ਬਿਲਡਿੰਗਸ ਨੇ ਜਿਹੜੀਆਂ ਆਧੁਨਿਕਤਾ ਦੇ ਨਾਂ ਦੇ ਥੱਲੇ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ। ਪਰਿਵਾਰ ਨੂੰ ਕਿਹਾ ਕੁਛ ਗਿਆ, ਕਮਾਇਆ ਕੁਛ ਗਿਆ। ਹੁਣ ਇਹ ਕਮਾਇਆ ਕਿਉਂ ਗਿਆ, ਕਿਉਂ ਇਹਨਾਂ ਨੂੰ ਥੱਲੇ ਦੱਬ ਦਿੱਤਾ ਗਿਆ? ਕੀ ਇਹ ਪੰਜਾਬ ਦੀ ਹਿਸਟਰੀ, ਸਿੱਖ ਹਿਸਟਰੀ ਨੂੰ ਤਬਾਹ ਕਰਨ ਦੀਆਂ ਸਾਜ਼ਿਸ਼ਾਂ ਨੇ? ਇਹ ਇੱਕ ਬਹੁਤ ਵੱਡਾ ਸਵਾਲ ਹੈ। ਮਸਲਾ ਸਾਡਾ ਕਨਫਲਿਕਟ ਪੈਦਾ ਕਰਨਾ ਨਹੀਂ ਹੈ, ਮਸਲਾ ਸਾਡਾ ਇਤਿਹਾਸ ਨੂੰ, ਜੇਕਰ ਮਹਿੰਜੋ ਦਾੜੋ, ਜੇਕਰ ਪੀਲੀਆਂ ਬੰਗਾਂ, ਜੇਕਰ ਮਾਨਸਾ ਦੇ ਕੋਲੇ
ਹਜ਼ਾਰਾਂ ਲੱਖਾਂ ਹਜ਼ਾਰਾਂ ਸਾਲ ਪੁਰਾਣੀਆਂ ਜਿਹੜੀਆਂ ਬਿਲਡਿੰਗਸ ਨੂੰ ਜਿਹੜੇ ਉੱਥੋਂ ਦੇ ਰਿਮੇਨਸ ਨੇ ਉਹਨਾਂ ਦੇ ਉੱਤੇ ਕੰਮ ਹੋ ਸਕਦਾ। ਤੇ ਜਿਹੜੀਆਂ ਅਸੀਂ ਗੱਲ ਕਰੀਏ ਕਿ 1984 ਤੋਂ ਬਾਅਦ ਇਹਨੂੰ ਇਤਿਹਾਸ ਹੀ ਬਣਾ ਦਿੱਤਾ ਗਿਆ, ਉਹ ਭੁਲਾ ਵੀ ਦਿੱਤਾ ਗਿਆ, ਇਹ ਇੱਕ ਆਪਣੇ ਆਪ ਦੇ ਵਿੱਚ ਬੜੀ ਅਚੰਭੇ ਵਾਲੀ ਗੱਲ ਹੈ। ਤੁਸੀਂ ਇਹਦੇ ਉੱਤੇ ਕਮੈਂਟ ਜ਼ਰੂਰ ਕਰਨਾ, ਆਪਣੇ ਵਿਚਾਰ ਜ਼ਰੂਰ ਦੇਣਾ, ਤੇ ਰੇਡੀਓ ਪੰਜਾਬ ਟੂਡੇ ਦੇ ਫੇਸਬੁੱਕ ਪੇਜ ਅਤੇ YouTube ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦੇਣਾ, ਕਿਉਂਕਿ ਇਹ ਸਾਡੇ ਲਈ ਇੱਕ ਬਹੁਤ ਵੱਡਾ ਵਿਸ਼ਾ ਹੈ। ਹੋਰ ਅਜਿਹੀਆਂ ਜਿਹੜੇ ਵਿਸ਼ੇ ਨੇ ਜਿਹੜੀਆਂ ਪੰਜਾਬ ਦੀ ਹਿਸਟਰੀ ਨੂੰ ਦਫਨ ਕਰ ਦਿੱਤਾ ਗਿਆ, ਉਸ ਨੂੰ ਵੀ ਉਜਾਗਰ ਕਰਨ ਦੀ ਕੋਸ਼ਿਸ਼ ਕਰਦੇ ਰਹਾਂਗੇ। ਫਿਲਹਾਲ ਮੈਨੂੰ ਸਵਰਨ ਸਿੰਘ ਦਾਨੇਵਾਲੀਆ ਤੇ ਮੇਰੇ ਕੈਮਰਾਮੈਨ ਰਾਮ ਸਿੰਘ ਗਿੱਲ ਨੂੰ ਅੰਮ੍ਰਿਤਸਰ ਤੋਂ ਦਿਓ ਇਜਾਜ਼ਤ।